प्यारे विद्यार्थियों, प्यार भरी सत श्री अकाल। मैं रमनीक सिंह, लैक्चरर फिजिक्स, अरनीवाला शेख सुभान। बेटे ਜਿਹੜੀਆਂ प्लस 2 ਦੀਆਂ मैं ਵੀਡੀਓਜ਼ ਤੁਹਾਨੂੰ ਪਾ ਰਿਹਾ, ਤੁਸੀਂ ਉਹ ਪ੍ਰੋਪਰਲੀ ਦੇਖ ਨਹੀਂ ਰਹੇ। ਇਸ ਕਰਕੇ ਪਲੀਜ਼ ਜਿਹੜੇ ਲੋਕਡਾਊਨ ਦੇ ਵਿੱਚ ਆਪਾਂ ਨੂੰ ਸਮਾਂ ਮਿਲਿਆ ਨਾ ਬੇਟੇ, ਉਹਦੀ ਪ੍ਰੋਪਰ ਯੂਟੀਲਾਈਜੇਸ਼ਨ ਕਰੋ। ਵੱਧ ਤੋਂ ਵੱਧ ਜਿਹੜਾ ਆਪਦਾ ਸਿਲੇਬਸ ਕਵਰ ਕਰੋ, ਆਪਦੀ ਫੰਡਾਮੈਂਟਲੀ ਟਰਮਸ ਦੇ ਉੱਪਰ ਕਮਾਂਡ ਬਣਾਓ, ਤਾਂ ਕਿ ਕੱਲ੍ਹ ਨੂੰ ਤੁਸੀਂ ਪਲੱਸ 2 ਤੋਂ ਬਾਅਦ ਨੀਟ ਦਾ ਟੈਸਟ ਦੇਣਾ ਜਾਂ JEE ਤੁਸੀਂ ਇੰਜੀਨੀਅਰਿੰਗ 'ਚ ਜਾਣਾ ਜਾਂ ਮੈਡੀਕਲ ਦੀ ਫੀਲਡ 'ਚ ਜਾਣਾ, ਤਾਂ ਤੁਹਾਨੂੰ ਉੱਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ। ਇਸ ਕਰਕੇ ਪਲੀਜ਼, ਠੀਕ ਹੈ ਜੀ, ਵੱਧ ਤੋਂ ਵੱਧ ਕੰਸਨਟਰੇਟ ਕਰੋ। ਠੀਕ ਹੈ ਜੀ, ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ। ਲਓ ਬੇਟੇ, ਫਿਰ ਆਪਾਂ ਅੱਜ ਦੇ ਆਪਣੇ ਮੁੱਦੇ 'ਤੇ ਆਉਣੇ। ਜਿਹੜਾ ਆਪਣਾ ਟੌਪਿਕ ਜਿਹੜਾ ਆਪਾਂ ਕਵਰ ਕਰਨਾ ਅੱਜ, ਸਭ ਤੋਂ ਪਹਿਲਾਂ ਆਪਾਂ 2-3 ਟਰਮਸ ਬਾਰੇ ਜਿਹੜਾ ਉਹ ਕਲੀਅਰ ਕਰਨਾ ਚਾਹੁੰਦੇ ਹਾਂ ਵੀ ਉਹ ਕੀ ਹੁੰਦੀਆਂ ਹੈ। ਲਓ ਜੀ, ਫਸਟ ਟਰਮ ਜਿਹੜੀ ਆਪਣੇ ਕੋਲ ਹੈਗੀ ਹੈ ਉਹ ਹੈਗੀ ਹੈ ਡਿਫਿਊਜ਼ਨ। ਡਿਫਿਊਜ਼ਨ, ਵਾਟ ਇਜ਼ ਦੀ ਮੀਨਿੰਗ ਆਫ ਡਿਫਿਊਜ਼ਨ? ਜਿਹੜੀ ਮੋਟੀ ਜਿਹੀ ਟਰਮ ਹੈ ਤੇ ਤੁਸੀਂ ਯਾਦ ਰੱਖਣੀ ਹੈ, ਬਾਏ ਇਟਸੈਲਫ। ਬਾਏ ਇਟਸੈਲਫ ਕਹਿਣ ਦਾ ਮਤਲਬ ਇਹਦੇ ਉੱਪਰ ਅਸੀਂ ਕੋਈ ਫੋਰਸ ਨਹੀਂ ਲਗਾਉਂਦੇ, ਐਕਸਟਰਨਲੀ ਹੀ ਆਪਣੇ ਆਪ ਹੀ ਇਹ ਜਿਹੜਾ ਇਹ ਹੁੰਦੀ ਹੈ। ਜਿਵੇਂ ਮੰਨ ਲਓ ਹਵਾ ਹੈ, ਜੇ ਟਾਇਰ ਦੇ ਵਿੱਚ ਹਵਾ ਭਰੀ ਹੋਈ ਹੈ ਤਾਂ ਜਦੋਂ ਅਸੀਂ ਟਾਇਰ ਦੀ ਨੋਜ਼ਲ ਨੂੰ ਓਪਨ ਕਰਦੇ ਹਾਂ ਤਾਂ ਉਹਦੇ ਵਾਸਤੇ ਹਵਾ ਬਾਹਰ ਕੱਢਣ ਵਾਸਤੇ ਸਾਨੂੰ ਕੋਈ ਫੋਰਸ ਨਹੀਂ ਲਗਾਉਣੀ ਪੈਂਦੀ। ਫੋਰਸ ਆਪਣੇ ਆਪ ਹੀ ਬਾਹਰ, ਜਿਹੜੀ ਹਵਾ ਹੈ ਉਹ ਆਪਣੇ ਆਪ ਹੀ ਬਾਹਰ ਆ ਜਾਂਦੀ। ਕਿਉਂਕਿ ਹਾਇਰ ਪ੍ਰੈਸ਼ਰ ਟੂ ਲੋਅਰ ਪ੍ਰੈਸ਼ਰ। ਠੀਕ ਹੈ ਜੀ, ਕਲੀਅਰ ਹੋਇਆ ਕਿ ਨਹੀਂ ਹੋਇਆ? ਪਾਣੀ ਦੀ ਟੈਂਕੀ ਦੇ ਵਿੱਚ ਪਾਣੀ ਚੜਾਉਣ ਲੱਗਿਆ ਸਾਨੂੰ ਮੋਟਰ ਲਗਾਉਣੀ ਪੈਂਦੀ ਹੈ, ਪਰ ਸਾਨੂੰ ਪਾਣੀ ਥੱਲੇ ਲੈ ਕੇ ਆਉਣ ਲਈ ਆਪਣੇ ਆਪ ਪਾਣੀ ਆ ਜਾਂਦਾ ਹੈ। ਕੋਈ ਕਿਸੇ ਤਰ੍ਹਾਂ ਦੀ ਕੋਈ ਸਾਨੂੰ ਡਿਵਾਈਸ ਦੀ ਲੋੜ ਨਹੀਂ ਪੈਂਦੀ। ਇਹਦਾ ਮਤਲਬ ਡਿਫਿਊਜ਼ਨ ਦਾ ਆਪਾਂ ਯਾਦ ਰੱਖਣਾ, ਜਿਹਦੇ ਵਿੱਚ ਕੀ ਹੁੰਦਾ, ਬਾਈ ਇਟ ਸੈਲਫ ਫਰੋਮ ਹਾਇਰ ਪੋਟੈਂਸ਼ੀਅਲ ਟੂ ਲੋਅਰ ਪੋਟੈਂਸ਼ੀਅਲ ਜਾਂ ਹਾਇਰ ਵੈਲਿਊ ਟੂ ਲੋਅਰ ਵੈਲਿਊ, ਜਿਹੜਾ ਆਪਣੇ ਆਪ ਮੂਵ ਕਰਦਾ। ਇੱਥੇ ਜਿਹੜੀ ਟਰਮ ਯਾਦ ਰੱਖਣ ਵਾਲੀ ਉਹ ਆਪਣੇ ਕੋਲ ਕੀ ਹੈ, ਬਾਏ ਇਟ ਸੈਲਫ। ਠੀਕ ਹੈ ਜੀ, ਇੱਕ ਟਰਮ ਆਪਾਂ ਯੂਜ਼ ਕਰਨੀ ਹੈ ਡ੍ਰਿਫਟ। ਡ੍ਰਿਫਟ ਦਾ ਮਤਲਬ ਕੀ ਹੁੰਦਾ ਬੇਟੇ? ਜਿਹੜਾ ਟਰਮ ਯਾਦ ਰੱਖਣੀ, ਅੰਡਰ ਦੀ ਇਫੈਕਟ ਆਫ ਫੋਰਸ। ਅੰਡਰ ਦੀ ਇਫੈਕਟ ਆਫ ਫੋਰਸ ਕਹਿੰਦਾ ਮਤਲਬ ਜਦੋਂ ਵੀ ਅਸੀਂ ਟਰਮ ਡ੍ਰਿਫਟ ਯੂਜ਼ ਕਰਨੀ ਹੈ, ਇਟ ਮੀਨਸ ਉਹਦੇ ਵਿੱਚ ਸਾਨੂੰ ਐਕਸਟਰਨਲ ਫੋਰਸ ਅਪਲਾਈ ਕਰਕੇ ਹੀ ਬਾਡੀ ਨੂੰ ਜਾਂ ਉਸ ਪ੍ਰੋਸੈਸ ਨੂੰ ਹੈ ਜਿਹੜਾ ਸਾਨੂੰ ਉਹ ਮੂਵ ਕਰਵਾਉਣਾ ਪੈਣਾ ਇੱਕ ਪਲੇਸ ਤੋਂ ਦੂਸਰੀ ਪਲੇਸ ਤੱਕ। ਠੀਕ ਹੈ ਜੀ, ਕਲੀਅਰ ਹੋਇਆ ਕਿ ਨਹੀਂ ਹੋਇਆ? ਠੀਕ ਹੈ ਜੀ, ਲਓ ਬੇਟੇ ਚੈਪਟਰ ਸ਼ੁਰੂ ਕਰਦੇ ਹਾਂ ਆਪਾਂ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਵਾਟ ਇਜ਼ ਬਰਾਊਨੀਅਨ ਮੂਵਮੈਂਟ। ਬਰਾਊਨੀਅਨ ਮੂਵਮੈਂਟ of electrons। Brownian movement of electrons। देखो बेटे, आप कहिए let us take a piece of metal। ठीक है जी, एक metal ਦਾ piece ਲੈ ਲਿਆ। metal ਦੇ ਵਿੱਚ ਜਾਂ ਕੰਡਕਟਰ ਦੇ ਵਿੱਚ ਆਪਣੇ ਕੋਲ ਆਪਾਂ ਨੂੰ ਪਤਾ there are large number of the electrons। ਠੀਕ ਹੈ ਜੀ, ਇੱਕ ਕੰਡਕਟਰ ਦੇ ਵਿੱਚ ਆਪਣੇ ਕੋਲ ਕੀ ਹੈ, ਲਾਰਜ ਨੰਬਰ ਆਫ ਇਲੈਕਟਰੋਨਸ ਹੁੰਦੇ ਹੈ। ਬਟ ਵੈਨ ਨੋ ਐਕਸਟਰਨਲ ਬੈਟਰੀ ਔਰ ਪੋਟੈਂਸ਼ੀਅਲ ਇਜ਼ ਅਪਲਾਈਡ, ਇਹ ਅਸੀਂ ਅਪਲਾਈ ਨਹੀਂ ਕੀਤਾ। ਠੀਕ ਹੈ ਜੀ, ਆਪਾਂ ਕੀ ਕਹੀਏ, ਵੈਨ ਨੋ ਐਕਸਟਰਨਲ ਬੈਟਰੀ is attached to a conductor। ਬੈਟਰੀ ਦੀ ਥਾਂ ਤੇ ਆਪਾਂ ਬੁੱਕਸ ਦੇ ਵਿੱਚ ਇੱਥੇ ਕੀ ਸ਼ਬਦ ਵਰਤਿਆ ਹੁੰਦਾ, ਪੋਟੈਂਸ਼ੀਅਲ। ਠੀਕ ਹੈ ਜੀ, ਇੱਥੇ ਅਸੀਂ ਕੀ ਲਿਖ ਸਕਦੇ ਹਾਂ, ਇਫ ਨੋ ਪੋਟੈਂਸ਼ੀਅਲ ਡਿਫਰੈਂਸ ਇਜ਼ ਅਪਲਾਈਡ। ਜੇ ਬਾਹਰੋਂ ਕੋਈ ਵੀ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਨਹੀਂ ਕੀਤਾ ਤਾਂ ਇਹਦਾ ਮਤਲਬ ਕੀ ਹੈ ਬੇਟੇ, ਵੀ ਇਲੈਕਟ੍ਰੋਨਸ ਮੂਵ ਨਹੀਂ ਕਰ ਰਹੇ ਹੋਣਗੇ।
मूव कर रहे होणगे। इलैक्ट्रॉन कोल की है, थर्मल एनर्जी तो हैगी है बेटे, ठीक है जी। थर्मल एनर्जी का की मतलब है, ड्यू टू द इन्वायरमेंटल हीट, ठीक है जी। जी हीट उन्होंने इन्वायरमेंट, मान लो वी आर परफॉर्मिंग एक्सपैरीमेंट एट 25 डिग्री सेंटीग्रेड, जिन्होंने आप कहने रूम टैंपरेचर 27 डिग्री टैंप भी लिखा होंगे, ठीक है जी। ਇਹਦਾ मतलब की है भी जो असी 27 डिग्री सेंटीग्रेड ਤੇ हैं, ਇਹਦਾ मतलब घट्टो घट्ट मैटल का टैंपरेचर की 27 डिग्री सेंटीग्रेड तो होएगा ही, ठीक है जी। इलैक्ट्रॉन्स विल बी मूविंग इन ऑल द डायरैक्शंस, इलैक्ट्रॉन्स विल बी मूविंग इन ऑल द डायरैक्शंस, इलैक्ट्रॉन इस तरह नाल मूव कर रहे हैं in the form of closed chain, in the form of closed chains, ठीक है जी। such that their net effect is zero, such that their net movement या effect is zero, ठीक है जी। कहना मतलब इलैक्ट्रॉन है जोड़ा उन्होंने वाइब्रेशनस हो रही हैं, रैंडमली हो रही हैं, कोई लैफ्ट साइड जा रहा है, कोई राइट जा रहा है, कोई अप जा रहा है, कोई डाउन जा रहा है, बट दे आर मूविंग इन सच अ मैनर दैट देयर नैट मूवमेंट इज़ जीरो। जे असी किसी क्रॉस सैक्शन की गल करते हैं, ठीक है जी, जिमें आप कंडक्टर है, कंडक्टर दे विच एक खास, क्योंकि करंट असी किवें डिसाइड करते हैं, नंबर ऑफ इलैक्ट्रॉन्स पासिंग थ्रू अ पर्टिकुलर एरिया पर यूनिट टाइम, करंट डेंसिटी, ठीक है जी, या करंट आप डिफाइन करते हैं भी एक पर्टिकुलर यूनिट एरिए दे विचों या एरिए दे विचों किन्ने नंबर ऑफ इलैक्ट्रॉन्स है जिहड़े पास कर रहे हैं। ਇਹਦਾ मतलब कि इलैक्ट्रॉन की मूवमेंट तो होगी, बट वो रैंडमली मूव कर रहे हैं इन ऑल द डायरैक्शन, तो उन्होंने एक पर्टिकुलर डायरैक्शन दे विच जिहड़ी खास मूवमेंट नहीं होगी। सच टाइप ऑफ द मोशन इज़ कॉल्ड द ब्राउनियन मोशन या ब्राउनियन मूवमेंट। ब्राउनियन इज़ द नेम ऑफ द साइंटिस्ट। ये पॉइंट क्लीयर होया कि नहीं होया? ये इलैक्ट्रॉन्स किवें मूव कर रहे हैं ड्यू टू द इफैक्ट ऑफ द थर्मल एनर्जी विच इज़ प्रोवाइडेड टू दैम, ठीक है जी। लो बेटे हुण आपां जिहड़ा अपना आर्टिकल है उस आर्टिकल के उपर आने हैं। आर्टिकल की है, कैलकुलेट द ड्रिफ्ट वेलोसिटी ऑफ द इलैक्ट्रॉन्स, कैलकुलेट द ड्रिफ्ट वेलोसिटी ऑफ इलैक्ट्रॉन्स। देखो बेटे हुण किहड़ा शब्द इहदे विच आया अपने कोले, ड्रिफ्ट। ड्रिफ्ट का आपां मतलब की सीगा, अंडर द इफैक्ट ऑफ फोर्स। इसदा मतलब इत्थे बाहरों आपां नूं बैटरी है जां पोटैंशियल डिफरेंस अप्लाई करना पवेगा, ठीक है जी। लो लेट अस टेक अ कंडक्टर, एक आपां कंडक्टर ले लिया, ठीक है जी। लेट ए इज़ द एरिया ऑफ द क्रॉस सैक्शन ऑफ द कंडक्टर, एल इज़ द लेंथ, ठीक है जी। ए इज़ द एरिया ऑफ द क्रॉस सैक्शन है जो इनका, ए है एरिया ऑफ क्रॉस सैक्शन है, एरिया ऑफ क्रॉस सैक्शन का मतलब जो कंडक्टर तुसीं लिया उनकी मोटाई कितनी है, लंबाई गुना चौड़ाई के हिसाब नाल जां जिहड़ा भी उनकी पर्टिकुलर शेप है, तो ये एल अपने कोल की है, लेंथ ऑफ द कंडक्टर, एल इज़ द लेंथ ऑफ द कंडक्टर। लेट एक्सटर्नल बैटरी इज़ अप्लाइड, क्योंकि इलैक्ट्रॉन नूं हुण असीं की करना है, ड्रिफ्ट करना है, ठीक हो गया जी। दिस इज़ द पॉजिटिव टर्मिनल एंड दिस इज़ द नैगेटिव टर्मिनल। कन्वेंशनल करंट मूव करूगा, दो तरह के करंट होंगे, आप पहला मैं डिस्कस किया। एक है इलैक्ट्रॉनिक करंट, इलैक्ट्रॉनिक करंट विच इज़ द मूवमेंट ऑफ इलैक्ट्रॉन्स, मूवमेंट ऑफ इलैक्ट्रॉन्स। एक है साडे कोले कन्वेंशनल करंट,
ਕਨਵੈਨਸ਼ਨਲ ਦਾ ਮਤਲਬ ਕੀ ਹੈ ਬੇਟੇ? ਮੂਵਮੈਂਟ ਆਫ ਪੋਜ਼ਿਟਰੋਨਸ। ਦੇਖੋ ਬੇਟੇ ਕਨਸੈਪਟ ਅਸਲ 'ਚ ਕੀ ਹੈ, ਜਿਹੜਾ ਪ੍ਰੈਸ਼ਰ ਹੈ ਉਹ ਕਿੱਧਰੋਂ ਕਿੱਧਰ ਨੂੰ ਮੂਵ ਕਰਦਾ, ਫਰੋਮ ਹਾਇਰ ਟੂ ਲੋਅਰ। ਟੈਂਪਰੇਚਰ ਹੈ ਜਿਹੜਾ ਉਹ ਕਿਵੇਂ ਮੂਵ ਕਰਦਾ ਬੇਟੇ? ਹਾਇਰ ਟੈਂਪਰੇਚਰ ਟੂ ਲੋਅਰ ਟੈਂਪਰੇਚਰ। ਬਟ ਇਲੈਕਟ੍ਰੋਨ ਕਿੱਧਰੋਂ ਮੂਵ ਕਰ ਰਹੇ ਸੀ ਬੇਟੇ? ਇਹ ਕਰ ਰਹੇ ਸੀ ਨੈਗੇਟਿਵ ਟਰਮੀਨਲ ਟੂ ਦੀ ਪੋਜ਼ਿਟਿਵ ਟਰਮੀਨਲ। ਧਿਆਨ ਨਾਲ ਦੇਖੋ, ਇਲੈਕਟ੍ਰੋਨ ਨੈਗੇਟਿਵ ਹੈ ਤੇ ਨੈਗੇਟਿਵ ਨੈਗੇਟਿਵ ਨੂੰ ਕੀ ਕਰੇਗਾ? ਰਿਪੈਲ ਕਰੇਗਾ ਤੇ ਪੋਜ਼ਿਟਿਵ ਆਪਦੇ ਵੱਲ ਖਿੱਚੇਗਾ। ਇਸ ਲਈ ਇਲੈਕਟ੍ਰੋਨ ਇੱਕ ਕੰਡਕਟਰ ਦੇ ਵਿੱਚ ਕਿਵੇਂ ਮੂਵ ਕਰਦੇ ਆ? ਫਰੋਮ ਨੈਗੇਟਿਵ ਟਰਮੀਨਲ ਟੂ ਦੀ ਪੋਜ਼ਿਟਿਵ ਟਰਮੀਨਲ, ਵਿਚ ਇਜ਼ ਅਪੋਜ਼ਿਟ ਟੂ ਆਵਰ ਕਨਵੈਨਸ਼ਨਸ। ਕਨਵੈਨਸ਼ਨ ਦਾ ਮਤਲਬ ਹੁੰਦਾ ਰੀਤੀ ਰਿਵਾਜ। ਠੀਕ ਹੈ ਜੀ। ਅਸੀਂ ਟਰਮਸ ਨੂੰ ਕਿਵੇਂ ਸਿੱਖਿਆ ਛੋਟੇ ਹੁੰਦੇ ਤੋਂ ਹੀ, ਵੀ ਜਿਹੜੀਆਂ ਟਰਮਸ ਹੈ ਉਹ ਹਾਇਰ ਟੂ ਲੋਅਰ ਮੂਵ ਕਰਦੀਆਂ, ਪੋਜ਼ਿਟਿਵ ਟੂ ਨੈਗੇਟਿਵ ਮੂਵ ਕਰਦੀਆਂ। ਬਟ ਇਲੈਕਟ੍ਰੋਨ ਕਿਵੇਂ ਮੂਵ ਕਰ ਰਹੇ ਸੀ? ਨੈਗੇਟਿਵ ਟੂ ਪੋਜ਼ਿਟਿਵ। ਤਾਂ ਅਸੀਂ ਕੀ ਕੀਤਾ, ਉਹਦੇ ਨੈਗੇਟਿਵ ਚਾਰਜ ਦੀ ਥਾਂ 'ਤੇ ਅਸੀਂ ਪੋਜ਼ਿਟਿਵ, ਜਿਹੜਾ ਪੋਜ਼ਿਟਰੋਨ ਹੈ ਉਹ ਲੈਣ ਲੱਗ ਗਏ। ਪੋਜ਼ਿਟਿਵ ਨਾਲ ਮੂਵਮੈਂਟ ਕੀ ਹੋ ਗਈ? ਉਲਟ ਗਈ। ਉਹ ਹੁਣ ਕਿੱਧਰੋਂ ਮੂਵ ਕਰਨ ਲੱਗ ਗਿਆ? ਪੋਜ਼ਿਟਿਵ ਟੂ ਨੈਗੇਟਿਵ। ਠੀਕ ਹੈ ਜੀ। ਇਸ ਕਰਕੇ ਜਿਹੜਾ ਆਪਾਂ ਹਮੇਸ਼ਾ ਕਰੰਟ ਲੈਣਾ ਹੈ, ਡਾਇਗਰਾਮੈਟਿਕਲੀ ਜਿਹੜੀ ਅਸੀਂ ਰਿਪਰਜੈਂਟ ਕਰਨੀ ਹੈ, ਦੈਟ ਵਿਲ ਬੀ ਅ ਕਨਵੈਨਸ਼ਨਲ ਕਰੰਟ ਡਿਊ ਟੂ ਦੀ ਮੋਸ਼ਨ ਆਫ ਦੀ ਪੋਜ਼ਿਟਰੋਨਸ। ਪੋਜ਼ਿਟਰੋਨ ਕੀ ਆਪਾਂ ਲਿਆ? ਜਿੰਦਾ ਚਾਰਜ ਇਲੈਕਟ੍ਰੋਨ ਦੇ ਬਰਾਬਰ ਹੀ ਹੈ, ਬਟ ਉਹਦਾ ਜਿਹੜਾ ਮੈਗਨੀਟਿਊਡ ਆਫ ਦੀ ਚਾਰਜ ਹੈ ਦੋਵਾਂ ਦਾ ਸੇਮ ਹੈ, ਬਟ ਸਾਈਨ ਕੀ ਇੱਕ ਤੇ ਨੈਗੇਟਿਵ ਹੈ ਇੱਕ ਤੇ ਪੋਜ਼ਿਟਿਵ ਹੈ। ਠੀਕ ਹੈ ਜੀ। ਜੇ ਇੱਕ ਲੈਫਟ ਟੂ ਰਾਈਟ ਮੂਵ ਕਰ ਰਿਹਾ ਤਾਂ ਦੂਸਰਾ ਰਾਈਟ ਟੂ ਲੈਫਟ। ਅਸਲ ਦੇ ਵਿੱਚ ਕੁਛ ਨਹੀਂ ਮੂਵ ਕਰ ਰਿਹਾ, ਵਿੱਚ ਇਲੈਕਟ੍ਰੋਨ ਹੀ ਹੈ। ਉਹ ਤਾਂ ਅਸੀਂ ਮੈਥੇਮੈਟੀਕਲੀ ਜਾਂ ਆਪਦੇ ਕਨਸੈਪਟ ਨੂੰ ਜਿਹੜਾ ਸਾਡੇ ਬ੍ਰੇਨ ਦੇ ਵਿੱਚ ਬੈਠਾ ਹੋਇਆ ਸੀ ਉਹਦੇ ਅਕੋਰਡਿੰਗਲੀ ਸੈਟਿੰਗ ਕਰਨ ਦੇ ਲਈ ਅਸੀਂ ਬਣਾ ਲਿਆ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਠੀਕ ਹੈ ਜੀ। ਇਹ ਪੁਆਇੰਟ ਆਪਾਂ ਯਾਦ ਰੱਖ ਲੈਣਾ। ਹੁਣ ਆਪਾਂ ਕੀ ਕੀਤਾ, ਡ੍ਰਿਫਟ ਵੈਲੋਸਿਟੀ ਦਾ ਆਪਾਂ ਜਿਹੜਾ ਕਨਸੈਪਟ ਆ ਉਹ ਕਰਨ ਲੱਗੇ ਹਾਂ। ਲੈਟ ਅਸ ਟੇਕ ਅ ਪੋਟੈਂਸ਼ੀਅਲ ਡਿਫਰੈਂਸ E is applied externally under the effect of the positive charge। ਕੀ ਹੋਊਗਾ ਬੇਟੇ? ਜਿਹੜੇ ਆਪਣੇ ਕੋਲੇ ਕਨਵੈਨਸ਼ਨਲ ਕਰੰਟ ਹੈ ਜਾਂ ਆਪਾਂ ਕਹੀਏ ਇਲੈਕਟ੍ਰੋਨ, ਮੰਨ ਲਓ ਇੱਥੇ ਜੇ ਆਪਾਂ ਇਲੈਕਟ੍ਰੋਨ ਦੀ ਮੂਵਮੈਂਟ ਹੀ ਜੇ ਮੰਨ ਲਓ ਆਪਾਂ ਸ਼ੋਅ ਕਰਦੇ ਹਾਂ, ਤਾਂ ਇਲੈਕਟ੍ਰੋਨ ਕਿੱਧਰੋਂ ਕਿੱਧਰ ਨੂੰ ਮੂਵ ਕਰਨਗੇ ਬੇਟੇ? ਫਰੋਮ ਦੀ ਨੈਗੇਟਿਵ ਟਰਮੀਨਲ ਟੂ ਦੀ ਪੋਜ਼ਿਟਿਵ ਟਰਮੀਨਲ, ਫਰੋਮ ਦੀ ਨੈਗੇਟਿਵ ਟਰਮੀਨਲ ਟੂ ਦੀ ਪੋਜ਼ਿਟਿਵ ਟਰਮੀਨਲ। ਬਟ ਅਸੀਂ ਜੇ ਕਨਵੈਨਸ਼ਨਲ ਕਰੰਟ ਬਣਾਵਾਂਗੇ ਤਾਂ ਉਹ ਕਿਹੜੀ ਸਾਈਡ 'ਤੇ ਮੂਵ ਕਰੇਗਾ? ਉਹ ਸਾਡੇ ਕੋਲ ਮੂਵ ਕਰੇਗਾ ਪੋਜ਼ਿਟਿਵ ਟੂ ਨੈਗੇਟਿਵ। ਇਹ ਸਾਰੇ ਆਪਾਂ ਕੀ ਬਣਾਏ ਆ? ਇਹ ਇਲੈਕਟ੍ਰੋਨ ਬਣਾਏ। ਐਕਚੁਅਲ ਦੇ ਵਿੱਚ ਮੂਵਮੈਂਟ ਵੀ ਸਾਡੇ ਕੋਲ ਇਲੈਕਟ੍ਰੋਨ ਦੀ ਹੀ ਹੁੰਦੀ ਹੈ। ਠੀਕ ਹੈ। ਡਿਊ ਟੂ ਦੀ ਐਪਲੀਕੇਸ਼ਨ ਆਫ ਦਿਸ ਪੋਟੈਂਸ਼ੀਅਲ E, electrons starts drifting from one end to the other end। ਜੇ ਮੰਨ ਲਓ ਆਪਾਂ ਇਹਦਾ ਨਾਂ ਰੱਖ ਦਈਏ, ਇਹਨੂੰ ਆਪਾਂ ਕਹੀਏ A, ਇਹਨੂੰ ਆਪਾਂ ਕਹੀਏ B। due to the application of the external force which is in the form of the battery। ਠੀਕ ਹੈ ਜੀ। which is providing the potential difference। ਦੋਵਾਂ ਐਂਡਸ ਦੇ ਵਿੱਚ ਕੀ ਹੈ? potential create ਕਰ ਰਹੀ ਹੈ। due to the external potential difference, electrons starts drifting from terminal A to terminal ਦੀ ਥਾਂ ਤੇ ਲਿਖੋ side A to side B of the conductor। ਇਹ ਪੁਆਇੰਟ ਆਪਾਂ ਨੂੰ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਜੀ? ਸਾਈਡ A to ਸਾਈਡ B ਆਫ ਦੀ ਕੰਡਕਟਰ ਹੈ ਜਿਹੜਾ ਉਹ ਸਾਡੇ ਕੋਲ ਕੀ ਕਰਨ ਲੱਗ ਗਏ? ਮੂਵ ਕਰਨ ਲੱਗ ਗਏ। ਹੁਣ ਦੇਖੋ ਬੇਟੇ ਮੋਸ਼ਨ ਕਿਸ ਤਰ੍ਹਾਂ ਦਾ ਹੈ। ਜਿਹੜੀ ਫੋਰਸ ਅਪਲਾਈ ਆਪਾਂ ਕਰ ਰਹੇ ਹਾਂ ਵਿਦ ਦੀ ਹੈਲਪ ਆਫ ਦੀ ਬੈਟਰੀ, it is constantly providing the same potential difference। ਠੀਕ ਹੈ ਜੀ। same potential difference ਕਹਿਣ ਦਾ ਮਤਲਬ ਮੈਗਨੀਟਿਊਡ ਦੀ ਜੇ ਆਪਾਂ ਗੱਲ ਕਰੀਏ, ਠੀਕ ਹੈ ਜੀ, ਜਿਹੜਾ ਮੈਗਨੀਟਿਊਡ ਆਫ ਪੋਟੈਂਸ਼ੀਅਲ ਹੈ ਡਿਫਰੈਂਸ is constant।
बैटरी की वैल्यू वध घट सकती है, बट आप की सपोज करके चल रहे हैं भी वैल्यू अपने कोल की हैगी है कॉन्सटेंट है। हुण सानू पता है भी जदों अपने कोले की है बाहरों आप कोई भी फोर्स लगाने हैं तो एफ इक्वल टू एम ए। जेकर एफ की वैल्यू अपने कोल कॉन्सटेंट है, वो चेंज नहीं कर रही, तो ए की वैल्यू भी अपने कोल की होगी कॉन्सटेंट होगी। क्लीयर होया कि नहीं होया? मास ऑफ द इलैक्ट्रॉन ठीक है जिहड़ा हैगा 9.11 इंटू 10⁻31। पर जिहड़ा पॉइंट इत्थे नोट करने वाला है भी मोशन किस तरह का होऊगा, आपां इत्थे याद रखना भी मोशन ऑफ द इलैक्ट्रॉन साडे कोल की है यूनीफॉर्मली एक्सलरेटेड। मोशन ऑफ द इलैक्ट्रॉन्स इज यूनीफॉर्मली एक्सलरेटेड मोशन। +1 दे आर्टिकल है। यूनीफॉर्मली एक्सलरेटेड मोशन दियाँ अपने कोल 4-5 इक्वेशनस आपां कीतियां सी, इहदा मतलब वो इक्वेशनस आ जिहड़ियां इन्हां ते अप्लाई होणगियां। बट सारे केसिस दे विच एक्सलरेशन की वैल्यू की लैनी हैगी है, ए नूं कॉन्सटेंट लैके चलना, उन्होंने वेरीएबल नहीं रखना हैगा, क्योंकि मोशन किस तरह का है यूनीफॉर्मली एक्सलरेटेड। ये पॉइंट अपने कोल क्लीयर होया कि नहीं होया बेटे? ठीक है जी। हुण जे असीं गल करिए फॉर ए सिंगल इलैक्ट्रॉन, आपां कहिए सपोज कर लीए लेट अस टेक देयर आर n इलैक्ट्रॉन्स, देयर आर n इलैक्ट्रॉन्स इन ए कंडक्टर। कंडक्टर दे विच अपने कोल किन्ने इलैक्ट्रॉन है? n इलैक्ट्रॉन है। क्लीयर होया कि नहीं होया जी? ठीक है जी। आप इन जनरल है जी कोई भी वैल्यू है जी आप सपोज कर लें भी n इलैक्ट्रॉन है, तो हरेक इलैक्ट्रॉन की अलग अलग वेलोसिटी होएगी। मान लो लेट अस टेक देयर वेलोसिटीज आर, मान लीए आप v1 v2 v3 तो vn। ठीक है जी। ये फाइनल वेलोसिटीज है। जो बैटरी नहीं अप्लाई की तो इनिशियल वेलोसिटी कितनी सी? ठीक है जी। जो आप एक्सटर्नली बैटरी नहीं अप्लाई की सी तो उदों भी तो इलैक्ट्रॉन की कर रहे सी, मूव कर रहे थे अंडर द इफैक्ट ऑफ द थर्मल हीट। ठीक है जी। थर्मल एग्नीशन या टैंपरेचर। लेट u1 u2 u3 un be the values of the velocity of the electrons when no external potential difference is applied। v1 v2 v3 are under the effect of the battery। फोर्स लगनी शुरू होगी जिंदे करके मूव करन लग पे। क्लीयर होया कि नहीं होया बेटे? हुण v ते u की वैल्यू के अकॉर्डिंगली जे असीं कैलकुलेट करिए, देखो बेटे असीं की कैलकुलेट करना है, वी वांट टू कैलकुलेट दी ड्रिफ्ट वेलोसिटी। ड्रिफ्ट वेलोसिटी अपने कोल है की है? डेफिनेशन जे असीं लाउने ड्रिफ्ट वेलोसिटी दी, ड्रिफ्ट वेलोसिटी साडे कोल की है एवरेज वेलोसिटी एक्वायर्ड बाय द इलैक्ट्रॉन्स। ठीक है जी। एवरेज वेलोसिटी एक्वायर्ड बाय द इलैक्ट्रॉन्स अंडर द इफेक्ट ऑफ द एक्सटर्नली अप्लाइड पोटेंशियल डिफरेंस। ठीक है जी। इहदा मतलब असीं एवरेज वैल्यू है जी कैलकुलेट करना चाहते हैं। लो फिर आप एवरेज का मैथड की हुंदा भी पहला सानू एक इलैक्ट्रॉन की वैल्यू पता हो वेलोसिटी की, दूसरे की, तीसरे की, चौथे की, n की पता हो तो एवरेज किवें कड्डांगे? सारिਆਂ ਦਾ जोड़ करके उन्होंने किहदे नाल डिवाइड कर देंगे? n नाल असीं डिवाइड कर देंगे। क्लीयर होया कि नहीं होया बेटे? लेट देयर आर n इलैक्ट्रॉन्स आप क्या होया, सो ड्रिफ्ट वेलोसिटी अपने कोल कितनी होगी? vd नाल जे असीं डिनोट करिए v1 प्लस v2 प्लस v3 अप टू vn डिवाइड बाय n, vn डिवाइड बाय n। देखो बेटे कॉन्सैप्ट नूं क्लीयर करके चलो। जे एवरेज है तो असीं एवरेज ले ली। एक वैल्यू अपने कोल कितनी? एक इलैक्ट्रॉन की v1, दूसरे की v2, vn तक असीं मूव कर गए। ठीक है जी। हुण v1 की वैल्यू कितनी है?
v इज इक्वल टू, देखो बेटे, v इज इक्वल टू u प्लस ए टी, v इज इक्वल टू u प्लस ए टी। यूनीफॉर्मली एक्सेलरेटेड मोशन ਦੇ ਵਿੱਚ a ਦੀ ਵੈਲਿਊ ਆਪਣੇ ਕੋਲ ਕਾਂਸਟੈਂਟ ਹੈ। ਠੀਕ ਹੈ ਜੀ, ਇਹਨੂੰ ਅਸੀਂ ਕਿਵੇਂ ਲਿਖ ਸਕਦੇ ਹਾਂ? ਫॉर ਫਸਟ ਇਲੈਕਟ੍ਰੋਨ v1 ਇਜ਼ ਇਕੁਅਲ ਟੂ u1 ਪਲਸ at1। a ਨੂੰ ਚੇਂਜ ਨਹੀਂ ਕਰਨਾ ਹੈ ਕਿਉਂਕਿ ਮੋਸ਼ਨ ਕਿਸ ਤਰ੍ਹਾਂ ਦਾ? ਯੂਨੀਫਾਰਮਲੀ ਐਕਸਲਰੇਟਿਡ ਮੋਸ਼ਨ। ਠੀਕ ਹੈ ਜੀ, ਇਹਦਾ ਮਤਲਬ v1 ਦੀ ਵੈਲਿਊ ਆਪਣੇ ਕੋਲ ਕੀ ਆ ਗਈ ਬੇਟੇ? u1 ਪਲਸ at1। ठीक है जी, v2 की वैल्यू अपने को कितनी आ गई बेटे? u2 प्लस at2। सिमिलरली vn की वैल्यू बेटे कितनी आ गई? un प्लस atn। ठीक है जी, ये वैल्यू नूं जे असी इक्वेशन नंबर फस्ट दे विच जे असी पुट कर दिंने आ, ड्रिफ्ट वेलोसिटी की जिहड़ी साडे कोल इक्वेशन सी, जे असी उस वैल्यू दे विच इहनूं की कर दईए, पुट कर दईए, तो रिजल्ट देखो अपने कोल की आएगा। वी डी अपने को किंदे बराबर बन गया बेटे? v1 प्लस v2 प्लस v3 डिवाइड बाई vn डिवाइड बाई n। v1 की वैल्यू भरीए तो u1 प्लस at1। ठीक है जी, v2 की वैल्यू भरते हैं तो u2 प्लस at2। इस तरह नाल n की वैल्यू जो आप पुट करते हैं तो अपने को आऊगी un प्लस atn। एवरेज सी तो डिवाइड बाय n डिवाइड बाय n। इतना क्लीयर है बेटे? हुण आपां की करिए, u वालियां सारियां टर्म्स अलग कर लो, at1 a कॉमन कढ़ लो, t1 t2 t3 अड कर लो, तो इनू आपां ऐसे लिख सकते हैं u1 प्लस u2 अप टू un, u वालियां टर्म्स अलग कर लियां, प्लस a t1 प्लस t2 अप टू tn। ठीक है जी, डिवाइड बाय n सी तो आप इनू ऐ लिख सकते हैं अलग अलग करके n ते n। ठीक है जी, इद तक कोई डाउट है तो दसो बेटे? t1 बारे भी आप डिस्कस करते हैं भी t अपने को की है। इद तक जड़ियाँ टर्म्स क्लीयर है। ठीक है, हुण देखो बेटे, आ चीज़ अपने को की है, आप ब्राउनियन मूवमेंट किया सी ना, ये अपने को की है एवरेज u1 u2 u3 की अपने को इनिशियल वेलोसिटी या थर्मल वेलोसिटी? एवरेज थर्मल वेलोसिटी ऑफ इलैक्ट्रॉन्स। ब्राउनियन मूवमेंट दे विच आपां की किया सी, उहदी नैट मूवमेंट कितनी हुंदी है बेटे? 0। ठीक है जी, बिकॉज रैंडमली मूव कर रहे बट एक खास डायरैक्शन दे विच मूव नहीं कर रहे, इसलिए इस टर्म की वैल्यू अपने को कितनी हो जूगी? ये वैल्यू अपने को कितनी हो जूगी बेटे? ये वैल्यू अपने को हो जाएगी 0। ठीक है जी, हुण असीं देखिए तो ड्रिफ्ट वेलोसिटी है जिहड़ी साडे कोल वी डी अपने कोल की रह गया बेटे? ए t1 प्लस t2 tn डिवाइड बाय n। हुण असीं ना बेटे टी टाइम नूं असीं टाओ लिखांगे। शुरू तो भी वैसे आप इनू चेंज कर सकते हैं। असीं की करांगे, जिहड़ा t1 है इनू आ सिंबल नाल रिप्रजेंट करांगे टाओ, t2 टाओ 2 tn टाओ n। इनू आपां की कहने रिलैक्सेशन टाइम। ठीक है जी, जिहड़ा ये अपने कोल की है टाओ 1 टी नूं असीं इहदे नाल डिनोट करन लग गए हुण। ठीक है जी, t1 अपने कोल की है बेटे? ये हैगा रिलैक्सेशन टाइम। रिलैक्सेशन का मतलब की हुंदा? जो बंदा रिलैक्स करता है। इलैक्ट्रॉन रिलैक्स कदों करूगा? जो कोलाइड नहीं करूगा। कहने का मतलब दो, मान लो इस पॉइंट ते इस पॉइंट दे विच इलैक्ट्रॉन की कोलिजन हुंदी, ए पॉइंट ते जाके कोलिजन हुंदी, फिर बी ते हुंदी। इहदा मतलब इन बिटवीन ए टू बी का जिहड़ा समा है उदों कोई भी कोलिजन नहीं हुई, तो उन्होंने आपां की कहांगे बेटे? भी इलैक्ट्रॉन की कर रहा है? रिलैक्स कर रहा है। ਇਹਦਾ मतलब वट इज़ रिलैक्सेशन टाइम? दो सक्सैसिव कोलिजन के विचकार का जिहड़ा समा है ਉਹਨੂੰ ਅਸੀਂ ਕੀ ਕਹਿੰਦੇ ਆ? रिलैक्सेशन टाइम। सो वट इज़ रिलैक्सेशन टाइम? it is the
time between two successive collisions। successive ਦਾ ਮਤਲਬ ਕੀ ਹੁੰਦਾ ਬੇਟੇ लगातार। two successive collisions of an electron। ਇਹ ਵੀ ਆਪਣੇ ਕੋਲ ਕਿ tau 1 tau 2 tau 3 tau n, ਤਾਂ ਇਹ ਆਪਣੇ ਕੋਲ ਕੀ ਬਣ ਗਿਆ ਬੇਟੇ ਐਵਰੇਜ ਰਿਲੈਕਸੇਸ਼ਨ ਟਾਈਮ। ਠੀਕ ਹੈ ਜੀ, ਇਹ ਸਾਡੇ ਕੋਲ ਕੀ ਬਣ ਗਿਆ ਐਵਰੇਜ ਰਿਲੈਕਸੇਸ਼ਨ ਟਾਈਮ। ਐਵਰੇਜ ਰਿਲੈਕਸੇਸ਼ਨ ਟਾਈਮ। ਠੀਕ ਹੈ ਜੀ, ਐਵਰੇਜ ਲੈ ਲੈ ਆਪਾਂ ਇਹਨੂੰ ਐਂ ਲਿਖ ਸਕਦੇ ਹਾਂ ਵੀ ਡੀ ਇਜ਼ ਇਕੁਅਲ ਟੂ ਏ ਇੰਟੂ ਟਾਊ ਐਵਰੇਜ। ਠੀਕ ਹੈ ਜੀ, ਇਹਦਾ ਮਤਲਬ ਡ੍ਰਿਫਟ ਵੈਲੋਸਿਟੀ ਹੈ ਜਿਹੜੀ ਉਹ ਸਾਡੇ ਕੋਲੇ ਇਨ ਜਨਰਲ ਜਿਹੜਾ ਫਾਰਮੂਲਾ ਸਾਡੇ ਕੋਲ ਕੈਲਕੂਲੇਟ ਹੋ ਚੁੱਕਿਆ। ਹੁਣ ਅਸੀਂ ਵੈਲਿਊ ਹੈ ਜਿਹੜੀ ਆਪਣੇ ਕੋਲ ਕੈਲਕੂਲੇਟ ਕਰਨੀ ਹੈ। ਠੀਕ ਹੈ ਜੀ, ਕਿਹਦੀ ਵੈਲਿਊ ਆਪਾਂ ਕੈਲਕੂਲੇਟ ਕਰਨੀ ਹੈ, ਆਪਾਂ ਏ ਦੀ ਵੈਲਿਊ ਹੈ ਜਿਹੜੀ ਉਹ ਕੈਲਕੂਲੇਟ ਕਰ ਦਿੰਦੇ ਹਾਂ ਇੱਥੇ। ਠੀਕ ਹੈ ਜੀ, ਫਰੋਮ ਨਿਊਟਨਸ ਸੈਕਿੰਡ ਲਾ। ਠੀਕ ਹੈ ਜੀ, ਫਰੋਮ ਨਿਊਟਨਸ ਸੈਕਿੰਡ ਲਾ ਐਫ ਕਿੰਦੇ ਬਰਾਬਰ ਹੁੰਦਾ ਬੇਟੇ ਐਮ ਏ। ਇਹ ਕਿੰਦੇ ਬਰਾਬਰ ਹੋਊਗਾ ਬੇਟੇ ਐਫ ਬਾਏ ਐਮ। ਠੀਕ ਹੈ ਜੀ, ਐਫ ਆਪਣੇ ਕੋਲ ਕੀ ਇੱਥੇ ਫੋਰਸ। ਫੋਰਸ ਕੌਣ ਅਪਲਾਈ ਕਰ ਰਿਹਾ, ਪੋਟੈਂਸ਼ੀਅਲ ਡਿਫਰੈਂਸ, ਇਲੈਕਟ੍ਰਿਕ ਫੀਲਡ। ਠੀਕ ਹੈ ਜੀ, ਤਾਂ ਉਹਦੀ ਵੈਲਿਊ ਕੀ ਹੁੰਦੀ ਹੈ E ਇਜ਼ ਇਕੁਅਲ ਟੂ ਐਫ ਬਾਏ ਕਿਊ। ਠੀਕ ਹੈ ਜੀ, ਇਲੈਕਟ੍ਰਿਕ ਫੀਲਡ ਦੀ ਡੈਫੀਨੇਸ਼ਨ ਹੁੰਦੀ ਹੈ ਤਾਂ ਐਫ ਦੀ ਵੈਲਿਊ ਆਪਣੇ ਕੋਲ ਆਈ ਕਿਊ ਇੰਟੂ E। ਕਿਊ ਆਪਣੇ ਕੋਲ ਕੀ ਚਾਰਜ, ਤੁਸੀਂ ਕਿਹੜਾ ਚਾਰਜ ਲੈ ਕੇ ਚੱਲੇ ਹੋ ਇਲੈਕਟ੍ਰੋਨ। ਇਲੈਕਟ੍ਰੋਨ 'ਤੇ ਚਾਰਜ ਕਿਹੜਾ ਹੁੰਦਾ ਮਾਈਨਸ E। ਸੋ ਐਫ ਦੀ ਵੈਲਿਊ ਜੇ ਅਸੀਂ ਇੱਥੇ ਪੁੱਟ ਕਰੀਏ ਤਾਂ ਐਫ ਦੀ ਵੈਲਿਊ ਸਾਡੇ ਕੋਲ ਆ ਗਈ ਏ ਇਜ਼ ਇਕੁਅਲ ਟੂ ਮਾਈਨਸ E ਇੰਟੂ E ਡਿਵਾਈਡ ਬਾਈ ਐਮ। ਠੀਕ ਹੈ ਜੀ, ਇਹ ਐਕਸਲਰੇਸ਼ਨ ਦੀ ਵੈਲਿਊ ਆ ਗਈ। ਇਹ ਵੈਲਿਊ ਨੂੰ ਅਸੀਂ ਕੀ ਕਰਨਾ ਇੱਥੇ ਪੁੱਟ ਕਰ ਦੇਣਾ। ਸੋ ਡ੍ਰਿਫਟ ਵੈਲੋਸਿਟੀ ਦੀ ਵੈਲਿਊ ਸਾਡੇ ਕੋਲ ਆ ਗਈ ਮਾਈਨਸ ਸਮਾਲ e ਕੈਪੀਟਲ E ਬਾਏ ਐਮ ਇੰਟੂ ਟਾਊ। ਠੀਕ ਹੈ ਜੀ, ਨੈਗੇਟਿਵ ਸਾਈਨ ਆਪਣੇ ਕੋਲ ਕੀ ਸ਼ੋ ਕਰਦਾ ਚਾਰਜ ਔਨ ਇਲੈਕਟ੍ਰੋਨ ਹੈ ਜਿਹੜਾ ਉਹਨੂੰ ਸ਼ੋ ਕਰਦਾ। ਵੈਕਟਰ ਦੀ ਫਾਰਮ 'ਚ ਲਿਖਣਾ ਹੋਵੇ ਤਾਂ ਜਿਹੜੀ ਵੈਲੋਸਿਟੀ ਉਹ ਵੈਕਟਰ ਕੁਆਂਟਿਟੀ ਹੈ, ਇੱਧਰੋਂ ਇਲੈਕਟ੍ਰਿਕ ਫੀਲਡ ਹੈ ਜਿਹੜੀ ਪੋਟੈਂਸ਼ੀਅਲ ਡਿਫਰੈਂਸ ਦੀ ਫਾਰਮ 'ਚ ਆਪਾਂ ਅਪਲਾਈ ਕੀਤੀ ਹੈ, ਇਹ ਵੈਕਟਰ ਕੁਆਂਟਿਟੀ ਹੈ। ਇਹਨੂੰ ਬੋਲ ਕੇ ਕਿਵੇਂ ਯਾਦ ਕਰਨਾ ਹੈ, ਡ੍ਰਿਫਟ ਵੈਲੋਸਿਟੀ ਇਜ਼ ਇਕੁਅਲ ਟੂ ਮਾਈਨਸ E ਕੈਪੀਟਲ E ਜਾਂ ਕਹੋ ਸਮਾਲ E ਕੈਪੀਟਲ E ਬਾਏ ਐਮ ਇੰਟੂ ਟਾਊ। ਠੀਕ ਹੈ ਜੀ, ਆਪਾਂ ਮੈਗਨੀਟਿਊਡ ਦੀ ਫਾਰਮ 'ਚ ਇਹਨੂੰ ਲਿਖਦੇ ਹਾਂ। ਜਦੋਂ ਮੈਗਨੀਟਿਊਡ ਦੀ ਫਾਰਮ 'ਚ ਲਿਖਦੇ ਹਾਂ ਤਾਂ ਇਲੈਕਟ੍ਰੋਨ ਦਾ ਜਿਹੜਾ ਚਾਰਜ ਹੈ ਉਹ ਛੱਡ ਦਿੰਦੇ ਹਾਂ ਸਮਾਲ E ਕੈਪੀਟਲ E ਬਾਏ ਐਮ ਇੰਟੂ ਟਾਊ। ਦਿਸ ਇਜ਼ ਦੀ ਰਿਲੇਸ਼ਨ ਫॉर ਦੀ ਡ੍ਰਿਫਟ ਵੈਲੋਸਿਟੀ। ਇਹ ਆਪਾਂ ਯਾਦ ਰੱਖ ਲੈਣਾ, ਦਿਸ ਇਜ਼ ਦੀ ਰਿਲੇਸ਼ਨ ਫॉर ਦੀ ਡ੍ਰਿਫਟ ਵੈਲੋਸਿਟੀ। ਠੀਕ ਹੈ ਜੀ, ਇਹ ਅਸੀਂ ਕੀ ਕਰ ਲੈਣਾ ਯਾਦ ਰੱਖ ਲੈਣਾ ਵੀ ਡ੍ਰਿਫਟ ਵੈਲੋਸਿਟੀ ਹੈ ਜਿਹੜੀ ਠੀਕ ਹੈ ਜੀ। ਸੋ ਉਮੀਦ ਕਰਦਾ ਹਾਂ ਕਿ ਅੱਜ ਦਾ ਆਰਟੀਕਲ ਹੈ ਜਿਹੜਾ ਤੁਹਾਨੂੰ ਉਹ ਕਲੀਅਰ ਹੋ ਗਿਆ ਹੋਵੇਗਾ। ਨੈਕਸਟ ਟਾਈਮ ਹੈ ਜਿਹੜਾ ਆਪਾਂ ਰਿਲੇਸ਼ਨ ਕੈਲਕੂਲੇਟ ਕਰਾਂਗੇ ਕਰੰਟ ਦਾ ਡ੍ਰਿਫਟ ਵੈਲੋਸਿਟੀ ਨਾਲ। ਠੀਕ ਹੈ ਜੀ, ਉਸ ਤੋਂ ਬਾਅਦ ਜਿਹੜਾ ਆਪਾਂ ਮੋਬਿਲਿਟੀ ਆਫ ਦੀ ਇਲੈਕਟ੍ਰੋਨ ਹੈ ਜਿਹੜੀ ਉਹ ਕੈਲਕੂਲੇਟ ਕਰਾਂਗੇ। ਇਹ ਆਰਟੀਕਲ ਹੈ ਜਿਹੜੇ 2-4 ਜਿਹੜੇ ਇਸ ਤੋਂ ਬਾਅਦ ਆਪਣੇ ਕੋਲ ਆਪਾਂ ਕਵਰ ਕਰਾਂਗੇ। ਠੀਕ ਹੈ ਜੀ, ਉਮੀਦ ਕਰਦਾ ਜਿਹੜਾ ਅੱਜ ਦਾ ਆਰਟੀਕਲ ਹੈ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਠੀਕ ਹੈ ਜੀ, ਚੰਗੀ ਤਰ੍ਹਾਂ ਇਹਨੂੰ ਕੀ ਕਰ ਲੈਣਾ ਰਿਵਾਈਜ਼ ਕਰ ਲੈਣਾ, ਇੰਪੋਰਟੈਂਟ ਆਰਟੀਕਲ ਹੈ। ਥੈਂਕਸ ਐਂਡ ਹੈਵ ਏ ਨਾਈਸ ਡੇ।